ਬਹੁਤ ਹੀ ਪਿਆਰੇ ਵਿਦਿਆਰਥੀਓ, ਗੁੱਡ ਆਫਟਰਨੂਨ। ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਉਸ ਤੋਂ ਬਾਅਦ ਇਸ ਦੇ ਉੱਪਰ ਜਿਹੜਾ ਬੈਲ ਦਾ ਆਈਕਨ ਆ ਉਸ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਕੋਈ ਅਪਡੇਟ ਹੋਵੇ ਇਮੀਡੀਏਟਲੀ ਅਪਡੇਟ ਤੁਹਾਡੇ ਤੱਕ ਪਹੁੰਚੇ। ਮੈਂ ਮਨਪ੍ਰੀਤ ਮਾਨ ਵੱਲੋਂ, ਜੋ ਕਿ ਇਸ ਗਲੈਕਸੀ ਅਕੈਡਮੀ ਦੇ ਡਾਇਰੈਕਟਰ ਨੇ, ਆਪ ਸਭ ਦਾ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ। ਕਰੋਨਾ ਕ੍ਰਾਈਸਿਸ ਦੇ ਮੱਦੇਨਜ਼ਰ ਫਿਲਹਾਲ ਸਟਾਫ ਦਾ ਅਕੈਡਮੀ ਆਉਣਾ ਅਤੇ ਵਿਦਿਆਰਥੀਓ ਤੁਹਾਡਾ ਵੀ ਇੱਥੇ ਪਹੁੰਚਣਾ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ, ਤਾਂ ਉਹਨਾਂ ਟਾਈਮ ਆਪਾਂ ਹੁਣ ਇਹ ਕੋਸ਼ਿਸ਼ ਕਰਾਂਗੇ ਕਿ ਆਪਣਾ ਜੋ ਫਿਜ਼ਿਕਸ ਦਾ ਸਿਲੇਬਸ ਹੈ ਆਪਾਂ ਇਸ ਨੂੰ ਸਮੂਥਲੀ ਚਲਾਈਏ। ਤਾਂ ਅੱਜ ਅਸੀਂ ਇਹ ਡਿਸਕਸ ਕਰਾਂਗੇ ਕਿ ਸਾਡਾ ਸਿਲੇਬਸ ਕੀ ਹੈ, ਐਗਜ਼ਾਮ ਪੈਟਰਨ ਕਿਵੇਂ ਦਾ ਆਉਣਾ, ਕਿਉਂਕਿ ਨਾ ਜਦੋਂ ਅਸੀਂ ਕਿਸੇ ਵੀ ਸਬਜੈਕਟ ਦੀ ਤਿਆਰੀ ਕਰਨੀ ਹੈ ਸਭ ਤੋਂ ਪਹਿਲਾਂ ਸਾਨੂੰ ਉਸ ਦੇ ਬਾਰੇ ਇੱਕ ਸਮਝ ਹੋਣੀ ਚਾਹੀਦੀ ਹੈ। ਸਾਡੀ ਇੱਕ ਸਮਝ ਡਿਵੈਲਪ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਅਸੀਂ ਕਿਉਂ ਕਰ ਰਹੇ ਹਾਂ। ਦੇਖੋ, ਪੜ੍ਹਦੀ ਦੁਨੀਆ ਹੈ, ਪਰ ਪੜ੍ਹਨ ਦੇ ਦੋ ਤਰੀਕੇ ਨੇ। ਇੱਕ ਤਰੀਕਾ ਹੁੰਦਾ ਕਿ ਅਸੀਂ ਡਾਇਰੈਕਸ਼ਨਲੈਸ ਪੜ੍ਹਦੇ ਹਾਂ, ਦਿਸ਼ਾਹੀਨ, ਮਤਲਬ ਸਾਨੂੰ ਪਤਾ ਹੀ ਨਹੀਂ ਹੁੰਦਾ, ਅਸੀਂ ਬਸ ਪੜ੍ਹ ਰਹੇ ਹਾਂ ਪਾਗਲਾਂ ਦੀ ਤਰ੍ਹਾਂ। ਕੀ ਪੜ੍ਹ ਰਹੇ ਹਾਂ, ਕਿਉਂ ਪੜ੍ਹ ਰਹੇ ਹਾਂ, ਉਹਦਾ ਕੋਈ ਫਾਇਦਾ ਹੋਣਾ ਨਹੀਂ ਹੋਣਾ, ਇਹ ਵੇਸਟੇਜ ਆਫ ਟਾਈਮ ਹੁੰਦਾ। ਇੱਕ ਹੁੰਦਾ ਅਸੀਂ ਇੱਕ ਡਾਇਰੈਕਸ਼ਨ ਲੈ ਕੇ ਚੱਲਦੇ ਹਾਂ ਕਿ ਅਸੀਂ ਜਿਹੜੀ ਚੀਜ਼ ਵੀ ਪੜ੍ਹਦੇ ਹਾਂ ਉਹਦੇ ਪਿੱਛੇ ਕੋਈ ਲੌਜਿਕ, ਕੋਈ ਵਜ੍ਹਾ ਹੁੰਦੀ ਹੈ। ਬਟ ਇਹ ਲੌਜਿਕ ਅਤੇ ਵਜ੍ਹਾ ਸਿਰਫ ਉਦੋਂ ਹੀ ਡਿਵੈਲਪ ਹੋ ਸਕਦੀ ਹੈ ਜਦੋਂ ਸਾਨੂੰ ਇਹ ਪਤਾ ਹੋਵੇ ਕਿ ਸਾਡੇ ਆਉਣ ਵਾਲੇ ਐਗਜ਼ਾਮ ਦੇ ਵਿੱਚ ਸਾਨੂੰ ਪੁੱਛਿਆ ਕੀ ਜਾਣਾ, ਸਾਡਾ ਪੇਪਰ ਪੈਟਰਨ ਕਿਸ ਤਰੀਕੇ ਨਾਲ ਰਹਿਣ ਵਾਲਾ ਹੈ, ਆਖਿਰਕਾਰ ਸਾਡਾ ਸਿਲੇਬਸ ਕੀ ਹੈ, ਉਹਦੇ ਅੰਦਰ ਅਸੀਂ ਕੀ ਪੜ੍ਹਨ ਵਾਲੇ ਹਾਂ ਅਤੇ ਇਹ ਚੀਜ਼ ਸਾਨੂੰ ਕਿਉਂ ਪੜ੍ਹਾਈ ਜਾ ਰਹੀ ਹੈ। ਤਾਂ ਹਰ ਉਸ ਛੋਟੀ ਗੱਲ ਦਾ ਜਵਾਬ ਅੱਜ ਇਸ ਛੋਟੀ ਜਿਹੀ ਵੀਡੀਓ ਕਲਿੱਪ ਦੇ ਅੰਦਰ ਮੈਂ ਦਊਂਗਾ। ਔਰ ਡੇਲੀ ਆਪਾਂ ਕੱਲ੍ਹ ਤੋਂ ਸਿਲੇਬਸ ਵਾਈਜ਼ ਚੱਲਾਂਗੇ। ਇਕੱਲੇ ਜਿੰਨੇ ਵੀ ਇੰਪੋਰਟੈਂਟ ਟੌਪਿਕਸ ਨੇ ਉਹ ਸਾਰੇ ਆਪਾਂ ਵਿਦਿਨ ਲੋਕਡਾਊਨ ਕਵਰ ਕਰ ਲਾਂਗੇ। ਅਤੇ ਜਿਵੇਂ ਲੋਕਡਾਊਨ ਓਪਨ ਹੁੰਦਾ ਤਾਂ ਜੋ ਮਨਪ੍ਰੀਤ ਮੈਮ ਦੀਆਂ ਗਾਈਡਲਾਈਨਸ ਹੋਣਗੀਆਂ ਉਹਨਾਂ ਦੇ ਅਕੋਰਡਿੰਗਲੀ ਆਪਾਂ ਫਰਦਰ ਅੱਗੇ ਪ੍ਰੋਸੀਡ ਕਰਾਂਗੇ। ਤਾਂ ਵਿਦਿਆਰਥੀਓ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਜਿਹੜਾ ਸਾਡਾ ਪੇਪਰ ਹੋਣਾ ਉਹ ਪੇਪਰ ਕਿਵੇਂ ਦਾ ਹੈ। ਤਾਂ 70 ਮਾਰਕਸ ਦਾ ਆਪਣਾ ਇੱਕ ਥਿਊਰੀ ਦਾ ਪੇਪਰ ਹੈ, ਜਿਸ ਦੀ ਤਿਆਰੀ ਲਈ ਅੱਜ ਅਸੀਂ ਪਹਿਲੀ ਡਿਸਕਸ਼ਨ ਕਰ ਰਹੇ ਹਾਂ। ਸਭ ਤੋਂ ਪਹਿਲਾਂ ਵਿਦਿਆਰਥੀਓ ਦੇਖੋ ਕਿ ਸਾਡਾ ਚੈੱਕ ਕੀ ਕੀਤਾ ਜਾਣਾ ਹੈ। ਦੇਖੋ, ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਡੀਆਂ ਜੋ ਲਰਨਿੰਗ ਆਊਟਕਮਸ ਹੁੰਦੀਆਂ ਨੇ ਉਹਨਾਂ ਦੇ ਅੰਦਰ ਨਾ ਤਿੰਨ ਚੀਜ਼ਾਂ ਨੇ ਜਿਹੜੀਆਂ ਦੇਖੀਆਂ ਜਾਂਦੀਆਂ ਨੇ। ਪਹਿਲੀ ਤੁਹਾਡੀ ਨੌਲੇਜ, ਦੂਸਰੀ ਤੁਹਾਡੀ ਅੰਡਰਸਟੈਂਡਿੰਗ ਔਰ ਤੀਸਰੀ ਐਪਲੀਕੇਸ਼ਨ। ਹੁਣ ਬਹੁਤ ਵਿਦਿਆਰਥੀ ਇੱਥੇ ਕਨਫਿਊਜ਼ ਹੋਣਗੇ ਕਿ ਸਰ ਲਿਖਿਆ ਹੋਇਆ ਜੀ ਨੌਲੇਜ 26 ਮਾਰਕਸ ਦੀ, ਅੰਡਰਸਟੈਂਡਿੰਗ 30 ਮਾਰਕਸ ਦੀ, ਐਪਲੀਕੇਸ਼ਨ 14 ਮਾਰਕਸ ਦੀ, ਇਹਦਾ ਕੀ ਮਤਲਬ ਹੈ। ਮੈਂ ਤੁਹਾਨੂੰ ਇੱਕ ਬੜੀ ਸੌਖੀ ਜਿਹੀ ਐਗਜ਼ਾਮਪਲ ਦੇ ਕੇ ਸਮਝਾਉਣਾ ਕਿ ਇਸ ਚੀਜ਼ ਦਾ ਕੀ ਮਤਲਬ ਹੁੰਦਾ ਹੈ। ਮੰਨ ਲਓ ਵਿਦਿਆਰਥੀਓ, ਜੇ ਆਪਾਂ 10th ਕਲਾਸ ਦੇ ਲੈਵਲ 'ਤੇ ਗੱਲ ਕਰੀਏ, ਕਿਉਂਕਿ 10th ਤਾਂ ਤੁਸੀਂ ਸਭ ਨੇ ਪਾਸ ਕੀਤੀ ਹੋਈ ਹੈ। ਮੰਨ ਲਓ ਵਿਦਿਆਰਥੀਓ, ਮੈਂ ਤੁਹਾਨੂੰ ਪੁੱਛਾਂ ਕਿ ਬੇਟਾ ਦੱਸੋ ਲੈਂਸ ਫਾਰਮੂਲਾ ਕੀ ਹੁੰਦਾ ਹੈ। ਤਾਂ ਜਦੋਂ ਤੁਸੀਂ ਬੋਲਦੇ ਹੋ ਨਾ ਲੈਂਸ ਫਾਰਮੂਲਾ ਕੀ ਹੁੰਦਾ ਹੈ ਕਿ ਜੀ 1/f ਇਜ਼ ਇਕੁਅਲ ਟੂ 1/v ਮਾਈਨਸ 1/u, ਇਹ ਤੁਹਾਡੀ ਨੌਲੇਜ ਹੈ। ਫਿਰ ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਕਿਹਾ ਜੀ 1/f ਇਜ਼ ਇਕੁਅਲ ਟੂ 1/v ਮਾਈਨਸ 1/u, ਇਹ 'ਚ ਐਫ ਦਾ ਕੀ ਮਤਲਬ ਹੈ, ਯੂ ਦਾ ਕੀ ਮਤਲਬ ਹੈ, ਵੀ ਦਾ ਕੀ ਮਤਲਬ ਹੈ, ਕਦੋਂ ਪੋਜ਼ੀਟਿਵ ਲੈਂਦੇ ਹੋ, ਕਦੋਂ ਨੈਗੇਟਿਵ ਲੈਂਦੇ ਹੋ, ਇਹ ਹੈ ਤੁਹਾਡੀ ਅੰਡਰਸਟੈਂਡਿੰਗ। ਤੀਸਰਾ ਹੁਣ ਤੁਸੀਂ ਕਹੋਗੇ ਸਰ ਐਪਲੀਕੇਸ਼ਨ ਕੀ ਹੈ। ਐਪਲੀਕੇਸ਼ਨ ਇਹ ਹੈ ਕਿ ਜਿਹੜਾ ਫਾਰਮੂਲਾ ਦੇ ਬਾਰੇ ਤੁਹਾਨੂੰ ਨੌਲੇਜ ਵੀ ਹੈ, ਤੁਸੀਂ ਅੰਡਰਸਟੈਂਡ ਵੀ ਕਰਦੇ ਹੋ, ਕੀ ਤੁਹਾਨੂੰ ਅਪਲਾਈ ਕਰਨਾ ਆਉਂਦਾ ਹੈ। ਮੰਨ ਲਓ ਮੈਂ ਤੁਹਾਨੂੰ ਕਹਿਤਾ ਕਿ ਓਬਜੈਕਟ ਪਿਆ ਜੀ 10 ਸੈਂਟੀਮੀਟਰ 'ਤੇ, ਇਮੇਜ ਬਣਦਾ 20 ਸੈਂਟੀਮੀਟਰ 'ਤੇ, ਹੁਣ ਦੱਸੋ ਫੋਕਲ ਲੈਂਥ ਕਿੰਨੀ ਹੈ। ਤਾਂ ਤੁਸੀਂ ਇਸ ਫਾਰਮੂਲੇ ਨੂੰ ਅਪਲਾਈ ਕਰੋਗੇ ਤਾਂ ਜਿਹੜਾ ਸਾਡਾ ਫਾਈਨਲ ਐਗਜ਼ਾਮ ਹੋਣਾ ਉਸ 'ਚ ਬਿਲਕੁਲ ਐਵੇਂ ਹੀ ਤੁਹਾਨੂੰ ਚੈੱਕ ਕੀਤਾ ਜਾਣਾ ਹੈ ਤੁਹਾਨੂੰ ਕਿੰਨੀ ਨੌਲੇਜ ਹੈ। ਇਸ ਟਾਈਪ ਦੇ 26 ਮਾਰਕਸ ਦੇ ਕੁਐਸਚਨ ਆਉਣਗੇ। ਕਿੰਨਾ ਕੁ ਤੁਸੀਂ ਅੰਡਰਸਟੈਂਡ ਕਰਦੇ ਹੋ 30 ਮਾਰਕਸ ਦੇ, ਅਤੇ ਉਹ ਕਿੰਨਾ ਕੁ ਅਪਲਾਈ ਕਰ ਲੈਂਦੇ ਹੋ 14 ਮਾਰਕਸ। ਹੁਣ ਉਸ ਤੋਂ ਅੱਗੇ ਚੱਲਦੇ ਹਾਂ। ਪਿਛਲੇ ਸਾਲ ਤੱਕ 10+2 ਦੇ ਵਿੱਚ 10 ਯੂਨਿਟ ਹੁੰਦੇ ਸੀ, ਬਟ ਇਸ ਸਾਲ ਤੁਹਾਡਾ ਸਿਲੇਬਸ ਆਲਰੇਡੀ ਘੱਟ ਚੁੱਕਿਆ ਹੈ। ਇੱਕ ਤਾਂ ਯੂਨਿਟ 10 ਦੀ ਬਜਾਏ 9 ਰਹਿ ਚੁੱਕੇ ਨੇ, ਔਰ ਦੂਸਰੀ ਗੱਲ ਇਹਨਾਂ 9 ਯੂਨਿਟਾਂ ਦੇ ਵਿੱਚੋਂ ਵੀ ਨਾ ਕੁਛ ਸਿਲੈਕਟਡ ਟੌਪਿਕਸ ਨੂੰ ਕੱਟ ਕਰ ਦਿੱਤਾ ਗਿਆ। ਤਾਂ ਇਸ ਕਰਕੇ ਮਤਲਬ ਤੁਹਾਡਾ ਕੰਮ ਪਹਿਲਾਂ ਨਾਲੋਂ ਸੌਖਾ ਹੀ ਹੋਇਆ, ਔਖਾ ਨਹੀਂ ਹੋਇਆ। ਹੁਣ ਕਿਹੜੇ ਚੈਪਟਰ 'ਚੋਂ ਕੀ ਆਉਣਾ ਉਹ ਬਾਅਦ ਦੀ ਗੱਲ ਹੈ। ਬਲੂ ਪ੍ਰਿੰਟ ਲਈ ਮੈਂ ਇੱਕ ਵੱਖਰੇ ਤੌਰ 'ਤੇ ਵੀਡੀਓ ਬਣਾਊਂਗਾ, ਤਾਂ ਅੱਜ ਦਾ ਆਪਣਾ ਟੌਪਿਕ ਉਹ ਮੁੱਦਾ ਨਹੀਂ ਹੈ। ਮੈਂ ਅਲੱਗ ਤੋਂ ਤੁਹਾਨੂੰ ਸਮਝਾਊਂਗਾ ਕਿ ਕਿਹੜੇ ਚੈਪਟਰ 'ਚੋਂ ਕੀ ਆਉਣਾ, ਕਿੰਨੇ ਮਾਰਕਸ ਆਉਣਾ, ਆਪਾਂ ਸਾਰਾ ਇੱਕ ਅਲੱਗ ਤੋਂ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ। ਤਾਂ ਵਿਦਿਆਰਥੀਓ, ਜਿਹੜੀ ਚੀਜ਼ ਆਪਾਂ ਅੱਜ ਮੇਨ ਡਿਸਕਸ ਕਰਨੀ ਹੈ, ਸਾਡਾ ਸਿਲੇਬਸ ਕੀ ਹੈ, ਅਸੀਂ ਸਿਲੇਬਸ ਦੇ ਵਿੱਚ ਪੜ੍ਹਨਾ ਕੀ ਹੈ। ਦੇਖੋ, ਪਹਿਲੀ ਗੱਲ ਤਾਂ ਮੈਂ ਗੱਲ ਕਲੀਅਰ ਕਰਾਂ ਕਿ ਜੋ ਤੁਹਾਡੀ 10+2 ਦੀ ਫਿਜ਼ਿਕਸ ਹੈ ਨਾ, ਇਸ ਤੋਂ ਸੌਖਾ ਅਤੇ ਇਸ ਤੋਂ ਇੰਟਰਸਟਿੰਗ ਹੋਰ ਕੋਈ ਸਬਜੈਕਟ ਹੀ ਹੈ ਨਹੀਂ। ਜੇ ਕੋਈ ਇਹ ਕਹੇ ਨਾ ਕਿ ਮੈਨੂੰ +2 ਦੀ ਫਿਜ਼ਿਕਸ ਦੇ ਵਿੱਚੋਂ ਇੱਕ ਵੀ ਅੱਖਰ ਸਮਝ ਨਹੀਂ ਆਇਆ, ਤਾਂ ਮੈਂ ਜਵਾਬ ਦੇ ਹਾਂ, ਇੱਕ ਵੀ ਚੀਜ਼ ਐਸੀ ਨਹੀਂ ਜਿੱਥੇ ਤੁਹਾਨੂੰ ਰੱਟਾ ਲਾਉਣਾ ਪਵੇ, ਜਿੱਥੇ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਐਵੇਂ ਹੁੰਦੀ ਹੈ, ਯਾਦ ਕਰ ਲਓ। ਹਰ ਇੱਕ ਚੀਜ਼ ਦੇ ਪਿੱਛੇ ਇੱਕ ਬੜਾ ਸੋਹਣਾ ਲੌਜਿਕ ਹੈ, ਬੜੀ ਬਿਊਟੀ ਹੈ ਫਿਜ਼ਿਕਸ ਦੀ।
ਮਤਲਬ ਫਿਜ਼ਿਕਸ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਫੀਲ ਹੋਊਗਾ ਕਿ ਕੁਝ ਅਸੀਂ ਪੜ੍ਹਿਆ। ਬਹੁਤ ਹੀ ਇੰਟਰਸਟਿੰਗ ਹੈ 10+2 ਦੀ ਫਿਜ਼ਿਕਸ, ਔਰ ਬੜੀ ਸਿੰਪਲ ਜੀ ਹੈ। ਹੁਣ ਉਸਦੇ ਵਿੱਚੋਂ ਮੈਂ ਤੁਹਾਨੂੰ ਥੋੜ੍ਹਾ ਆਈਡੀਆ ਦਿੰਦਾ ਤਾਂ ਕਿ ਤੁਹਾਡੀ ਫਿਜ਼ਿਕਸ ਦੇ ਪ੍ਰਤੀ ਸਮਝ ਡਿਵੈਲਪ ਹੋ ਜੇ ਕਿ ਆਖਿਰਕਾਰ +2 ਦੀ ਫਿਜ਼ਿਕਸ ਦੇ ਵਿੱਚ ਅਸੀਂ ਕਰਨ ਵਾਲੇ ਕੀ ਆ। ਤਾਂ ਵਿਦਿਆਰਥੀਓ, ਜਿਹੜਾ ਸਾਡਾ ਪਹਿਲਾ ਯੂਨਿਟ ਹੈ ਇਸ ਦਾ ਨਾਮ ਹੈ ਇਲੈਕਟ੍ਰੋਸਟੈਟਿਕ। ਮੈਂ ਤੁਹਾਨੂੰ ਥੋੜ੍ਹਾ ਕਲੀਅਰ ਕਰਦਾ ਇਲੈਕਟ੍ਰੋਸਟੈਟਿਕ ਕੀ ਹੁੰਦਾ ਹੈ। ਜਦੋਂ ਤੁਹਾਨੂੰ ਇਸ ਨਾਮ ਦਾ ਮਤਲਬ ਪਤਾ ਚੱਲ ਗਿਆ, ਤੁਸੀਂ ਆਪਣੇ ਆਪ ਹੀ ਸਮਝ ਲੈਣਾ ਕਿ ਇਸ ਚੈਪਟਰ 'ਚ ਆਪਾਂ ਕੀ ਪੜ੍ਹਨ ਵਾਲੇ ਹਾਂ। ਦੇਖੋ, ਇਲੈਕਟ੍ਰੋਸਟੈਟਿਕ ਜਿਹੜਾ ਵਰਡ ਹੈ ਨਾ, ਇਹ ਦੋ ਵਰਡ ਦਾ ਮਿਕਸਚਰ ਹੈ। ਇਲੈਕਟ੍ਰੋ ਵਰਡ ਅਲੱਗ ਹੈ, ਸਟੈਟਿਕ ਵਰਡ ਅਲੱਗ ਹੈ। ਇਹਦੇ ਅੰਦਰ ਜਿਹੜਾ ਵਰਡ ਇਲੈਕਟ੍ਰੋ ਹੈ ਇਹਦਾ ਮੀਨਿੰਗ ਹੈ ਚਾਰਜ, ਅਤੇ ਜਿਹੜਾ ਵਰਡ ਹੈ ਸਟੈਟਿਕ ਉਹਦਾ ਮੀਨਿੰਗ ਹੈ ਐਟ ਰੈਸਟ। ਹੁਣ ਇਲੈਕਟ੍ਰੋ ਵਰਡ ਇਲੈਕਟ੍ਰੋਨ ਤੋਂ ਚੱਕਿਆ। ਸਾਨੂੰ ਪਤਾ ਹੈ ਕਿ ਦੁਨੀਆ 'ਤੇ ਜਿੰਨੇ ਵੀ ਚਾਰਜ ਨੇ, ਪੋਜ਼ੀਟਿਵ ਨੇ, ਨੈਗੇਟਿਵ ਨੇ, ਉਹਨਾਂ ਦੇ ਪਿੱਛੇ ਵਜ੍ਹਾ ਕੀ ਹੈ? ਇਲੈਕਟ੍ਰੋਨ ਹੈ। ਜੇ ਇਲੈਕਟ੍ਰੋਨ ਐਕਸੈਸ ਦੇ ਵਿੱਚ ਨੇ, ਫਾਲਤੂ ਨੇ, ਅਸੀਂ ਬੋਲਦੇ ਹਾਂ ਜੀ ਨੈਗੇਟਿਵ ਚਾਰਜ ਹੈ, ਅਤੇ ਜੇ ਇਲੈਕਟ੍ਰੋਨ ਦੀ ਕਮੀ ਹੈ ਤਾਂ ਅਸੀਂ ਬੋਲਦੇ ਹਾਂ ਪੋਜ਼ੀਟਿਵ ਚਾਰਜ ਹੈ। ਤਾਂ ਇਲੈਕਟ੍ਰੋ ਵਰਡ ਇਲੈਕਟ੍ਰੋਨ ਤੋਂ ਲਿਆ, ਬਟ ਇਹਦਾ ਮੀਨਿੰਗ ਹੈ ਚਾਰਜ। ਸਟੈਟਿਕ ਵਰਡ ਦਾ ਮੀਨਿੰਗ ਹੈ ਐਟ ਰੈਸਟ। ਤਾਂ ਹੁਣ ਜੇ ਆਪਾਂ ਥੋੜ੍ਹਾ ਚੈਪਟਰ ਦੇ ਨਾਮ 'ਤੇ ਗੌਰ ਕਰੀਏ, ਇਲੈਕਟ੍ਰੋਸਟੈਟਿਕ ਦਾ ਮਤਲਬ ਕੀ ਹੋਇਆ? ਚਾਰਜ ਐਟ ਰੈਸਟ। ਅਤੇ ਇੱਥੋਂ ਇਹ ਗੱਲ ਕਲੀਅਰ ਹੋ ਗਈ ਕਿ ਪੂਰੇ ਯੂਨਿਟ 1 ਦੇ ਅੰਦਰ ਅਸੀਂ ਸਟੱਡੀ ਕਿਸ ਚੀਜ਼ ਨੂੰ ਕਰਨਾ ਹੈ? ਚਾਰਜ ਨੂੰ ਸਟੱਡੀ ਕਰਨਾ। ਉਹ ਵੀ ਕਦੋਂ ਸਟੱਡੀ ਕਰਨਾ? ਜਦੋਂ ਚਾਰਜ ਕਿੱਥੇ ਹੋਊਗਾ? ਰੈਸਟ ਉੱਪਰ। ਤਾਂ ਸਾਰੇ ਯੂਨਿਟ 1 ਦਾ ਇੱਕੋ ਹੀ ਬੇਸਿਕ ਫੰਡਾ ਹੈ, ਇੱਕੋ ਹੀ ਬੇਸਿਕ ਮੁੱਦਾ ਹੈ ਕਿ ਅਸੀਂ ਚਾਰਜ ਨੂੰ ਸਟੱਡੀ ਕਰਾਂਗੇ, ਚਾਰਜ ਰੈਸਟ ਉੱਪਰ ਰਹੂਗਾ। ਬਸ ਉਹਦੇ ਨਾਲ ਰਿਲੇਟਡ ਜਿੰਨੀਆਂ ਵੀ ਇੰਟਰਸਟਿੰਗ ਅਤੇ ਇੰਪੋਰਟੈਂਟ ਜੀਆਂ ਗੱਲਾਂ ਨੇ ਆਪਾਂ ਉਹੀ ਕਰਨੀਆਂ ਨੇ, ਔਰ ਖੇਡ 'ਚ ਪਤਾ ਵੀ ਨਹੀਂ ਲੱਗਣਾ ਕਦੋਂ ਸਾਡਾ ਯੂਨਿਟ 1 ਕੰਪਲੀਟ ਹੋ ਗਿਆ। ਯੂਨਿਟ 2 ਕਰੰਟ ਇਲੈਕਟ੍ਰੀਸਿਟੀ। ਆਪਾਂ 10th ਕਲਾਸ 'ਚ ਵੀ ਇਹ ਪੜ੍ਹਿਆ ਹੈ ਕਿ ਜਦੋਂ ਤਾਂ ਜੀ ਚਾਰਜ ਰੈਸਟ ਉੱਪਰ ਹੈ, ਠੀਕ ਹੈ, ਇਲੈਕਟ੍ਰੋਸਟੈਟਿਕ ਹੈ, ਪਰ ਜੇ ਚਾਰਜ ਫਲੋ ਕਰਨਾ ਸ਼ੁਰੂ ਕਰ ਦੇ ਤਾਂ ਉਸ ਚੀਜ਼ ਨੂੰ ਕਰੰਟ ਕਿਹਾ ਜਾਂਦਾ ਹੈ। ਤਾਂ ਯੂਨਿਟ 2 ਦੇ ਵਿੱਚ ਉਹੀ ਚਾਰਜ ਹੈ, ਬਸ ਇੰਨਾ ਕੁ ਫਰਕ ਪੈਣਾ ਹੈ ਕਿ ਯੂਨਿਟ 1 ਦੇ ਵਿੱਚ ਉਹ ਚਾਰਜ ਰੈਸਟ ਉੱਪਰ ਪਿਆ ਸੀ, ਅਤੇ ਯੂਨਿਟ 2 ਦੇ ਵਿੱਚ ਉਹੀ ਚਾਰਜ ਨੇ ਮੂਵ ਕਰਨਾ ਸ਼ੁਰੂ ਕਰ ਦੇਣਾ। ਹੁਣ ਜਦੋਂ ਚਾਰਜ ਮੂਵ ਕਰਦਾ ਹੈ ਫਿਰ ਉਹ ਕੀ ਕਰਦਾ ਹੈ? ਉਹੀ ਕਰੰਟ, ਉਹੀ ਓਮਸ ਲਾ, ਉਹੀ ਰੈਜ਼ਿਸਟੈਂਸਸ, ਉਹੀ ਸਭ ਜੋ ਆਪਾਂ ਨੇ ਪਹਿਲਾਂ 10 'ਚ ਪੜ੍ਹਿਆ, ਬਸ ਥੋੜ੍ਹਾ ਡਿਟੇਲਡ ਆਊਗਾ। ਥਰਡ ਯੂਨਿਟ ਹੈ ਮੈਗਨੈਟਿਕ ਇਫੈਕਟ ਆਫ ਕਰੰਟ ਐਂਡ ਮੈਗਨੇਟਿਜ਼ਮ। ਦੇਖੋ, ਮੈਗਨੈਟਿਕ ਫੀਲਡ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ, ਔਰ ਮੈਗਨੇਟ ਬਾਰੇ ਹਰ ਛੋਟੇ ਬੱਚੇ ਨੂੰ ਪਤਾ ਹੁੰਦਾ ਕਿ ਜੀ ਇੱਕ ਮੈਗਨੇਟ ਹੁੰਦਾ, ਉਸੇ ਦੋ ਪੋਲ ਹੁੰਦੇ ਨੇ, ਇੱਕ ਨਾਰਥ ਹੁੰਦਾ, ਇੱਕ ਸਾਊਥ ਹੁੰਦਾ। ਪਰ ਇੱਥੇ ਥੋੜ੍ਹਾ ਐਕਸਟਰਾ ਕੀ ਮੈਂ ਤੁਹਾਨੂੰ ਦੱਸ ਦੇਣਾ ਕਿ ਨਾ ਮੈਗਨੇਟਿਜ਼ਮ ਦੋ ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਮੈਗਨੇਟਿਜ਼ਮ ਉਹ ਹੈ ਜਿਹੜਾ ਕਿਸੇ ਮਟੀਰੀਅਲ ਕਰਕੇ ਹੈ, ਉਹਨੂੰ ਬੋਲਦੇ ਨੇ ਮੈਗਨੇਟਿਜ਼ਮ। ਐਗਜ਼ਾਮਪਲ ਦਿੰਦਾ, ਅਰਥਿਕ ਮੈਗਨੇਟ ਹੈ, ਬਾਰ ਮੈਗਨੈਟਿਕ ਮੈਗਨੇਟ ਹੈ। ਇੱਕ ਮੈਗਨੇਟ ਉਹ ਵੀ ਹੁੰਦੇ ਨੇ ਦੂਜੇ ਟਾਈਪ ਦੇ ਜਿਹੜੇ ਵੈਸੇ ਮੈਗਨੇਟ ਨਹੀਂ ਹੁੰਦੇ, ਬਟ ਜਦੋਂ ਅਸੀਂ ਕਰੰਟ ਪਾਸ ਕਰਦੇ ਹਾਂ, ਕਰੰਟ ਲਗਾਉਂਦੇ ਹਾਂ, ਮੈਗਨੇਟ ਫੇਰ ਬਣਦੇ ਨੇ, ਠੀਕ। ਜਿਵੇਂ ਇਲੈਕਟ੍ਰਿਕ ਬੈਲ ਹੋ ਗਈ। ਤਾਂ ਇੱਕ ਮੈਗਨੈਟਿਕ ਫੀਲਡ ਕਰੰਟ ਵਾਲਾ, ਮਤਲਬ ਕਰੰਟ ਤੋਂ ਬਾਅਦ ਬਣਦਾ ਹੈ। ਇੱਕ ਵੈਸੇ ਹੀ ਕੁਦਰਤ ਵੱਲੋਂ ਪ੍ਰੋਪਰਟੀ ਹੈ ਮਟੀਰੀਅਲ ਦੀ ਮੈਗਨੇਟਿਜ਼ਮ ਨੂੰ ਰਿਟੇਨ ਕਰਨਾ। ਤਾਂ ਦੋਨੋਂ ਤਰ੍ਹਾਂ ਦੇ ਮੈਗਨੇਟਿਜ਼ਮ ਆਪਾਂ ਯੂਨਿਟ 3 ਦੇ ਵਿੱਚ ਪੜ੍ਹਾਂਗੇ। ਯੂਨਿਟ 4 ਦੇ ਵਿੱਚ ਬੜਾ ਇੰਟਰਸਟਿੰਗ ਜਿਹੇ ਟੌਪਿਕਸ ਨੇ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਅਤੇ ਅਲਟਰਨੇਟਿੰਗ ਕਰੰਟ। ਦੇਖੋ ਵਿਦਿਆਰਥੀਓ, ਆਪਣੇ ਘਰਾਂ 'ਚ ਕਿਹੜਾ ਕਰੰਟ ਹੈ? ਸਭ ਨੂੰ ਪਤਾ AC, ਔਰ AC ਦੀ ਫੁੱਲ ਫਾਰਮ ਕੀ ਹੁੰਦੀ ਹੈ? ਅਲਟਰਨੇਟ ਕਰੰਟ। ਹੁਣ ਸਾਡੇ ਘਰਾਂ ਦੇ ਵਿੱਚ ਅਸੀਂ ਕੀ ਹੈ, ਆਪਾਂ ਐਗਜ਼ਾਮਪਲ ਦਿੰਦਾ, ਤੁਹਾਡੇ ਹਰ ਪਿੰਡ, ਗਲੀ, ਮੁਹੱਲੇ ਦੇ ਵਿੱਚ ਇੱਕ ਟਰਾਂਸਫਾਰਮਰ ਲੱਗੇ ਹੁੰਦੇ ਨੇ। ਉਹ ਟਰਾਂਸਫਾਰਮਰ ਕੀ ਹੈ, ਕਿਵੇਂ ਕੰਮ ਕਰਦਾ ਹੈ, ਸਾਰਾ ਅਸੀਂ ਇੱਥੇ ਪੜ੍ਹਾਂਗੇ। ਸਾਡੇ ਘਰਾਂ 'ਚ ਨਾ ਪੱਖਿਆਂ ਦੇ ਨਾਲ ਇੱਕ ਛੋਟਾ ਜਿਹਾ ਸਿਲੰਡਰ ਜਿਹਾ ਟੰਗਿਆ ਹੁੰਦਾ ਹੈ, ਜਿਹਨੂੰ ਅਸੀਂ ਨੋਰਮਲੀ ਆਮ ਭਾਸ਼ਾ 'ਚ ਕੰਡੈਂਸਰ ਬੋਲ ਦਿੰਦੇ ਹਾਂ, ਪਰ ਫਿਜ਼ਿਕਸ ਦੀ ਭਾਸ਼ਾ 'ਚ ਕਪੈਸਟਰ ਬੋਲਦੇ ਨੇ। ਇੱਕ ਛੋਟੀ ਜਿਹੀ ਸਪਰਿੰਗ ਟਾਈਪ ਤਾਰ ਹੁੰਦੀ ਹੈ ਜਿਸ ਨੂੰ ਇੰਡਕਟਰ ਕਿਹਾ ਜਾਂਦਾ ਹੈ। ਇਹ ਕੀ ਹੁੰਦੇ ਨੇ? ਇੰਡਕਟਰ, ਕਪੈਸਟਰ, AC ਕਰੰਟ ਸਾਡੇ ਘਰਾਂ 'ਚ ਕਿਵੇਂ ਚੱਲਦਾ, ਟਰਾਂਸਫਾਰਮਰ ਕਿਵੇਂ ਕੰਮ ਕਰਦਾ, ਜਨਰੇਟਰ ਕਿਵੇਂ ਕੰਮ ਕਰਦਾ ਹੈ, ਉਹ ਸਾਰੀ ਵਰਕਿੰਗ ਅਸੀਂ ਯੂਨਿਟ 4 'ਚ ਪੜ੍ਹਾਂਗੇ। ਅਤੇ ਜਦੋਂ ਪੜ੍ਹੋਗੇ ਨਾ ਤਾਂ ਤੁਹਾਨੂੰ ਫੀਲ ਆਊਗਾ ਕਿ ਵਾਕਈ ਕੁਛ ਪੜ੍ਹ ਰਹੇ ਹਾਂ। ਉਸ ਤੋਂ ਬਾਅਦ ਇੱਕ ਬੜਾ ਛੋਟਾ ਜਿਹਾ ਯੂਨਿਟ ਹੈ ਇਲੈਕਟ੍ਰੋਮੈਗਨੈਟਿਕ ਵੇਵ, EM ਵੇਵ। ਹੁਣ ਇਲੈਕਟ੍ਰੋਮੈਗਨੈਟਿਕ ਵੇਵ ਤੁਸੀਂ 10th ਕਲਾਸ ਤੱਕ ਵੀ ਪੜ੍ਹੀਆਂ ਹੋਈਆਂ ਨੇ। ਇਹਦੇ ਬਾਰੇ ਮੈਂ ਇੱਕ ਥੋੜ੍ਹਾ ਜਿਹਾ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਤੁਹਾਨੂੰ ਸਮਝ ਆ ਜਾਊ ਅਸੀਂ ਕਿਹੜੀ ਵੇਵ ਦੀ ਗੱਲ ਕਰ ਰਹੇ ਹਾਂ। ਇੱਕ ਨਾ ਛੋਟੇ ਹੁੰਦਿਆਂ ਨੂੰ, ਤੁਹਾਨੂੰ ਛੋਟੇ ਹੁੰਦਿਆਂ ਤੋਂ ਇੱਕ ਚੀਜ਼ ਪੜ੍ਹਾਉਂਦੇ ਆ ਰਹੇ ਨੇ, ਕਹਿੰਦੇ ਜੀ ਸਾਡੇ ਵਾਯੂਮੰਡਲ 'ਚ ਐਟਮੋਸਫੀਅਰ ਦੇ ਵਿੱਚ ਨਾ ਇੱਕ ਲੇਅਰ ਹੁੰਦੀ ਹੈ, ਓਜ਼ੋਨ ਲੇਅਰ। ਕਹਿੰਦੇ ਜੀ ਉਹ ਅਲਟਰਾ ਵਾਇਲਟ ਰੇਡੀਏਸ਼ਨਸ ਨੂੰ ਰੋਕਦੀ ਹੈ, UV ਰੇਜ਼ ਨੂੰ, ਜਿਹਨੂੰ ਪਰਾਬੈਂਗਨੀ ਕਿਰਨਾਂ ਵੀ ਬੋਲਦੇ ਨੇ। ਹੁਣ ਜਿਹੜੀਆਂ ਤੁਸੀਂ ਉਹ UV ਰੇਜ਼ ਦੀ ਗੱਲ ਕਰਦੇ ਹੋ ਨਾ, ਉਹ ਇਲੈਕਟ੍ਰੋਮੈਗਨੈਟਿਕ ਵੇਵਜ਼ ਹੀ ਹੁੰਦੀਆਂ ਨੇ। ਸਾਰੀ ਲਾਈਟ ਇਲੈਕਟ੍ਰੋਮੈਗਨੈਟਿਕ ਵੇਵ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਇਲੈਕਟ੍ਰੋਮੈਗਨੈਟਿਕ ਵੇਵਜ਼ ਨੇ, ਰੇਡੀਓ ਵੇਵ, ਮਾਈਕ੍ਰੋਵੇਵ, ਇਨਫਰਾਰੈੱਡ, ਵਿਬਗਿਓਰ, ਅਲਟਰਾ ਵਾਇਲਟ, ਐਕਸਰੇ, ਗਾਮਾ ਰੇ ਐਂਡ ਸੋ ਔਨ। ਹਰ ਤਰ੍ਹਾਂ ਦੀ ਵੇਵ ਨੂੰ ਕਿਵੇਂ ਪੈਦਾ ਹੁੰਦੀ ਹੈ, ਉਹਦੀਆਂ ਕਿਹੜੀਆਂ ਪ੍ਰੋਪਰਟੀਜ਼ ਨੇ, ਅਸੀਂ ਉਸ ਚੀਜ਼ ਨੂੰ ਕਿੱਥੇ ਅਪਲਾਈ ਕਰਨਾ, ਕਿੱਥੇ ਯੂਜ਼ ਕਰਨਾ, ਉਹ ਸਾਰਾ ਕੁਛ ਹੀ ਅਸੀਂ ਯੂਨਿਟ 5 ਦੇ ਅੰਦਰ ਪੜ੍ਹਨ ਵਾਲੇ ਹਾਂ। ਇਸ ਤੋਂ ਬਾਅਦ ਆਪਟਿਕਸ।
ਆਪਟਿਕਸ ਬਾਰੇ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ, ਕਿਉਂਕਿ 10th ਕਲਾਸ ਦੀ ਫਿਜ਼ਿਕਸ ਦੇ ਵਿੱਚ ਜੇ ਤੁਸੀਂ ਸਭ ਤੋਂ ਵੱਧ ਕੁਝ ਪੜ੍ਹਿਆ ਤਾਂ ਆਪਟਿਕਸ ਹੀ ਤਾਂ ਪੜ੍ਹੀ ਹੈ। ਕੀ ਪੜ੍ਹਿਆ ਸੀ? ਅਸੀਂ ਮਿਰਰਸ ਪੜ੍ਹੇ ਸੀ, ਅਸੀਂ ਲੈਂਜ਼ਸ ਨੂੰ ਪੜ੍ਹਿਆ ਸੀ। ਉਸ ਤੋਂ ਇਲਾਵਾ ਅਸੀਂ ਆਪਟੀਕਲ ਇੰਸਟਰੂਮੈਂਟ ਜਿਵੇਂ ਟੈਲੀਸਕੋਪ, ਮਾਈਕਰੋਸਕੋਪ, ਹਿਊਮਨ ਆਈ, ਬਸ ਉਹੀ ਸਭ ਗੱਲਾਂ ਬਾਤਾਂ ਬਸ ਥੋੜ੍ਹੀਆਂ ਡਿਟੇਲ ਦੇ ਵਿੱਚ ਹੋਣਗੀਆਂ। ਕੁਝ ਗੱਲਾਂ ਜਿਵੇਂ ਸਕੈਟਰਿੰਗ ਆਫ ਲਾਈਟ, ਤੁਸੀਂ ਦੇਖਿਆ ਹੋਣਾ ਕਿ ਨਾ ਸਵੇਰੇ ਅਤੇ ਸ਼ਾਮ ਦੇ ਟਾਈਮ ਸੂਰਜ ਦੇ ਆਲੇ ਦੁਆਲੇ ਤੋਂ ਇੱਕ ਲਾਲੀ ਨਜ਼ਰ ਆਉਂਦੀ ਹੈ, ਅਸਮਾਨ ਨੀਲਾ ਕਿਉਂ ਨਜ਼ਰ ਆਉਂਦਾ ਹੈ। ਬੜੇ ਛੋਟੀਆਂ ਛੋਟੀਆਂ ਇੰਟਰਸਟਿੰਗ ਜਿਹੀਆਂ ਗੱਲਾਂ, ਬਟ ਜਦੋਂ ਪੜ੍ਹਾਂਗੇ ਨਾ ਤਾਂ ਇੱਕ ਚੀਜ਼ ਫੀਲ ਆਊਗੀ ਵੀ ਹਾਂ ਅਸੀਂ ਬਹੁਤ ਕੁਛ ਸਿੱਖ ਰਹੇ ਹਾਂ। ਮਤਲਬ ਫਿਜ਼ਿਕਸ ਨੂੰ ਕਦੇ ਵੀ ਨਾ ਸਬਜੈਕਟ ਦੇ ਤੌਰ 'ਤੇ ਨਹੀਂ ਲੈਣਾ, ਪਲੀਜ਼ ਇਹ ਖਿਆਲ ਰੱਖਿਓ ਸਾਰੇ ਬੱਚੇ। ਔਰ ਇਸ ਨੂੰ ਕਦੇ ਬਰਡਨ ਵੀ ਨਹੀਂ ਲੈਣਾ। ਬੜੀ ਅੱਛੀ ਹੈ ਫਿਜ਼ਿਕਸ, ਬੜੀ ਇੰਟਰਸਟਿੰਗ ਹੈ। ਮਤਲਬ ਦਿਲ ਤੋਂ, ਜਹਿਨ ਤੋਂ ਪੜ੍ਹਨੀ ਹੈ। ਉੱਪਰੋਂ ਪੜ੍ਹ ਕੇ ਰੱਟੇ ਮਾਰਨ ਦੇ ਤਾਂ ਮੈਂ ਕਦੇ ਹੱਕ 'ਚ ਹੀ ਨਹੀਂ ਹੁੰਦਾ। ਜਿੰਨਾ ਟਾਈਮ ਤੁਹਾਡਾ ਕਨਸੈਪਟ ਨਹੀਂ ਨਾ ਕਲੀਅਰ, ਤੁਹਾਨੂੰ ਹਰ ਛੋਟੀ ਤੋਂ ਵੱਡੀ ਚੀਜ਼ ਦੇ ਪਿੱਛੇ ਦਾ ਰੀਜ਼ਨ ਪਤਾ ਹੋਣਾ ਚਾਹੀਦਾ ਹੈ ਅਤੇ ਇਕੱਲਾ ਰੀਜ਼ਨ ਤੁਹਾਨੂੰ ਦੱਸਿਆ ਜਾਊਗਾ, ਬਸ ਤੁਸੀਂ ਪੇਸ਼ੈਂਸ ਨਾਲ ਸੁਣਨਾ ਹੈ। ਉਸ ਤੋਂ ਅੱਗੇ ਜੀ ਡਿਊਅਲ ਨੇਚਰ ਆਫ ਮੈਟਰ ਐਂਡ ਰੇਡੀਏਸ਼ਨ। ਦੇਖੋ ਡਿਊਅਲ ਨੇਚਰ ਆਫ ਮੈਟਰ ਐਂਡ ਰੇਡੀਏਸ਼ਨ ਦੇ ਨਾਲ ਸ਼ਾਇਦ ਤੁਹਾਡਾ ਬਹੁਤਾ ਵਾਹ ਨਾ ਪਿਆ ਹੋਵੇ। ਜੇ ਕਿਤੇ ਮਾੜਾ ਮੋਟਾ ਪਿਆ ਹੋਊ ਤਾਂ +1 ਦੀ ਕੈਮਿਸਟਰੀ ਦੇ ਵਿੱਚ ਪਿਆ ਹੋ ਸਕਦਾ, ਅਨਸਰਟਨਿਟੀ ਪ੍ਰਿੰਸੀਪਲ ਦੇ ਨੀਅਰ ਅਬਾਊਟ। ਫਿਲਹਾਲ ਮੈਂ ਤੁਹਾਡੀ ਭਾਸ਼ਾ 'ਚ ਇੰਨਾ ਕੁ ਸਮਝਾ ਦੇਣਾ, ਡਿਊਅਲ ਹੁੰਦੀ ਆ ਡਬਲ ਨੇਚਰ। ਦੇਖੋ ਤੁਹਾਡੇ ਸਾਰਿਆਂ ਕੋਲ ਮੋਬਾਈਲ ਫੋਨ ਨੇ, ਅਸੀਂ ਆਮ ਕਹਿੰਦੇ ਹਾਂ ਜੀ ਸਾਡਾ ਜਿਹੜਾ ਮੋਬਾਈਲ ਫੋਨ ਹੈ ਨਾ ਡਿਊਅਲ ਸਿਮ ਹੈ। ਡਿਊਅਲ ਮਤਲਬ ਡਬਲ ਨੇਚਰ। ਡਬਲ ਨੇਚਰ ਪਤਾ ਕਿਵੇਂ? ਦੇਖੋ ਇੱਕ ਮੇਰੀ ਬਾਡੀ ਹੈ, ਇਹਦਾ ਇੱਕ ਫਿਜ਼ੀਕਲ ਨੇਚਰ ਹੈ। ਫਿਜ਼ੀਕਲ ਨੇਚਰ ਮਤਲਬ ਮੈਂ ਭੱਜ ਕੇ ਜਾ ਕੇ ਇਸ 'ਚ ਟੱਕਰ ਮਾਰਾਂ ਤਾਂ ਮੈਂ ਉਹਨੂੰ ਇੱਕ ਮੈਟਰ ਦੀ ਤਰ੍ਹਾਂ ਫੀਲ ਹੋਊਂਗਾ, ਬਟ ਇਹਦਾ ਇੱਕ ਨੇਚਰ ਹੋਰ ਵੀ ਹੈ। ਹੁਣ ਜਦੋਂ ਮੈਂ ਬੋਲ ਰਿਹਾ ਤਾਂ ਇਹ ਆਵਾਜ਼ਾਂ ਵੀ ਪ੍ਰੋਡਿਊਸ ਕਰਦੀ ਹੈ, ਵੇਵਸ ਵੀ ਬਣਦੀ ਹੈ। ਹੁਣ ਦੇਖੋ ਨਾਲੇ ਤਾਂ ਮੈਂ ਮੈਟਰ ਹਾਂ ਨਾਲੇ ਵੇਵ ਹਾਂ, ਤਾਂ ਫਿਰ ਮੇਰੀ ਬਾਡੀ 'ਤੇ ਕਿਹੜੀ ਨੇਚਰ ਹੋਈ? ਡਿਊਅਲ। ਇਸ ਤਰ੍ਹਾਂ ਦੀ ਇੱਕ ਕਨਸੈਪਟ ਹੁੰਦਾ ਫਿਜ਼ਿਕਸ ਦਾ, ਡਿਊਅਲ ਨੇਚਰ। ਬੜਾ ਖੂਬਸੂਰਤ ਕਨਸੈਪਟ ਹੈ, ਪੜ੍ਹਾਂਗੇ ਆਪਾਂ ਬਹੁਤ ਜਲਦੀ। ਉਸ ਤੋਂ ਅੱਗੇ ਹੈਗਾ ਅਟੋਮਿਕ ਨਿਊਕਲੀਆਈ। ਦੇਖੋ ਐਟਮ ਕੀ ਹੈ ਤਕਰੀਬਨ ਸਭ ਨੂੰ ਪਤਾ, ਮੇਰੇ ਖਿਆਲ ਨਾਲ ਕੋਈ ਬੱਚਾ ਐਸਾ ਨਹੀਂ ਹੋਣਾ ਜਿਹਨੂੰ ਐਟਮ ਨਹੀਂ ਪਤਾ ਅਤੇ ਐਟਮ ਦਾ ਨਿਊਕਲੀਅਸ ਨਹੀਂ ਪਤਾ। ਪਰ ਇੱਕ ਚੀਜ਼ ਧਿਆਨ ਰੱਖਿਓ ਕਿ ਜਿਹੜੇ ਐਟਮ ਅਤੇ ਨਿਊਕਲੀਅਸ ਤੁਹਾਨੂੰ ਪਤਾ ਨੇ ਨਾ, ਤੁਸੀਂ ਇਹ ਸਿੱਖੇ ਨੇ +1 ਦੀ ਕੈਮਿਸਟਰੀ 'ਚੋਂ। ਬਟ ਜਿਹੜਾ ਅਟੋਮਿਕ ਨਿਊਕਲੀਅਸ ਅਸੀਂ ਪੜ੍ਹਨਾ ਇਹ ਫਿਜ਼ਿਕਸ ਦਾ ਨਿਊਕਲੀਅਸ ਹੈ। ਹੁਣ ਤੁਸੀਂ ਕਹੋਗੇ ਕਿ ਸਰ ਇਹ ਤੁਸੀਂ ਕਿਵੇਂ ਦੀ ਗੱਲ ਕਰ ਰਹੇ ਹੋ ਵੀ ਕੈਮਿਸਟਰੀ ਅਤੇ ਫਿਜ਼ਿਕਸ ਦੇ ਨਿਊਕਲੀਅਸ ਅਲੱਗ-ਅਲੱਗ ਹੁੰਦੇ ਨੇ? ਨਿਊਕਲੀਅਸ ਨਹੀਂ ਅਲੱਗ ਹੁੰਦੇ, ਬਟ ਉਹਨਾਂ ਨੂੰ ਪੜ੍ਹਨ ਦੇ ਤਰੀਕੇ ਅਲੱਗ ਹੁੰਦੇ ਨੇ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੈਂ ਸੌਖੀ ਜਿਹੀ ਐਗਜ਼ਾਮਪਲ ਦਿੰਦਾ, ਅਰਥ ਨੂੰ ਧਰਤੀ ਨੂੰ ਜੋਗਰਾਫੀ ਵੀ ਪੜ੍ਹਦੀ ਹੈ ਔਰ ਅਰਥ ਨੂੰ ਫਿਜ਼ਿਕਸ ਵੀ ਪੜ੍ਹਦੀ ਹੈ, ਬਟ ਦੋਨਾਂ ਦੇ ਪੜ੍ਹਨ ਦਾ ਤਰੀਕਾ ਨਾ ਟੋਟਲੀ ਡਿਫਰੈਂਟ ਹੈ, ਟੋਟਲੀ ਡਿਫਰੈਂਟ। ਜਿਵੇਂ ਐਗਜ਼ਾਮਪਲ ਦੇ ਕੇ ਸਮਝਾਵਾਂ, ਸੌਖੀ ਜਿਹੀ ਐਗਜ਼ਾਮਪਲ ਮੰਨ ਲਓ ਬੇਟਾ ਕਿ ਤੁਸੀਂ ਆਈ ਬਾਈਕ ਲੈ ਕੇ ਰੋਡ 'ਤੇ ਚਲੇ ਗਏ। ਜਦੋਂ ਤੁਸੀਂ ਬਾਈਕ ਲੈ ਕੇ ਰੋਡ 'ਤੇ ਜਾਂਦੇ ਹੋ, ਜਦੋਂ ਤੁਹਾਡੇ ਫਰੈਂਡਸ ਤੁਹਾਨੂੰ ਦੇਖਦੇ ਨੇ, ਇੱਕ ਉਹਨਾਂ ਦੇ ਦੇਖਣ ਦਾ ਤਰੀਕਾ ਹੁੰਦਾ, ਇੱਕ ਤੁਹਾਡੇ ਪੇਰੈਂਟਸ ਵੀ ਤੁਹਾਨੂੰ ਦੇਖਦੇ ਨੇ, ਉਹਨਾਂ ਦੇ ਦੇਖਣ ਦਾ ਤਰੀਕਾ ਹੁੰਦਾ। ਹੁਣ ਦੋਨਾਂ ਤਰੀਕਿਆਂ 'ਚ ਕੋਈ ਫ਼ਰਕ ਹੁੰਦਾ? ਬਿਲਕੁਲ ਹੁੰਦਾ। ਪੇਰੈਂਟਸ ਜਦੋਂ ਵੀ ਤੁਹਾਨੂੰ ਦੇਖਦੇ ਨੇ ਇਸ ਤਰੀਕੇ ਨਾਲ ਦੇਖਦੇ ਨੇ ਕਿ ਹੌਲੀ ਚਲਾਵੇ, ਇਹ ਸੱਟ ਨਾ ਖਾ ਲੇ, ਇਹ ਧਿਆਨ ਨਾਲ ਚਲਾਵੇ। ਪਰ ਕੀ ਇਸ ਐਂਗਲ ਤੋਂ ਤੁਹਾਡੇ ਫਰੈਂਡ ਤੁਹਾਨੂੰ ਦੇਖਦੇ ਨੇ? ਕਦੇ ਵੀ ਨਹੀਂ ਦੇਖਦੇ। ਤਾਂ ਨਿਊਕਲੀਅਸ ਉਹੀ, ਐਟਮ ਉਹੀ, ਬਟ ਸਾਡਾ ਦੇਖਣ ਦਾ ਨਜ਼ਰੀਆ ਕੈਮਿਸਟਰੀ ਦੇ ਨਜ਼ਰੀਏ ਤੋਂ ਟੋਟਲੀ ਡਿਫਰੈਂਟ ਹੋਊਗਾ। ਕਿਵੇਂ? ਜਦੋਂ ਪੜ੍ਹਾਂਗੇ ਤੁਹਾਨੂੰ ਕਲੀਅਰ ਹੋ ਜੂ। ਹੁਣ ਇੱਕ ਲਾਸਟ ਚੈਪਟਰ ਹੈ ਇਲੈਕਟ੍ਰੋਨਿਕ ਡਿਵਾਈਸ। ਇਹਦੇ ਬਾਰੇ ਮੈਂ ਬਸ 4 ਗੱਲਾਂ ਹੀ ਕਹੂੰਗਾ, ਤੁਹਾਨੂੰ ਸਮਝ ਆ ਜੂ ਕਿ ਇਸ 'ਚ ਆਪਾਂ ਨੇ ਕੀ ਪੜ੍ਹਨਾ। ਦੇਖੋ ਵਿਦਿਆਰਥੀਓ, ਤੁਹਾਡੇ ਸਭ ਦੇ ਹੱਥ 'ਚ ਮੋਬਾਈਲ ਫੋਨ ਨੇ। ਕਹਿੰਦੇ ਜੀ ਮੋਬਾਈਲ ਫੋਨ ਕਾਹਦੇ ਤੋਂ ਬਣਦੇ ਨੇ? ਸੈਮੀ ਕੰਡਕਟਰ ਤੋਂ, ਸਿਲੀਕੌਨ ਤੋਂ, ਜ਼ਰਮੇਨੀਅਮ ਤੋਂ, ਸੈਲਨੀਅਮ ਤੋਂ ਐਂਡ ਸੋ ਔਨ। ਤੁਸੀਂ ਕਦੇ ਇੱਕ ਚੀਜ਼ ਸੋਚੀ ਨੇ ਤੁਹਾਡੇ ਮੋਬਾਈਲ ਫੋਨ ਨੇ, ATM ਮਸ਼ੀਨਾਂ ਨੇ, ਲੈਪਟਾਪ ਨੇ, ਜਿੰਨਾ ਵੀ ਇਹ ਸਾਰਾ ਕੁਛ ਹੈਗਾ ਇਹ ਕਿੱਥੋਂ ਬਣਦਾ ਹੈ? ਅੱਜ ਕੱਲ੍ਹ ਤਾਂ ਤੁਸੀਂ ਸਾਰੇ ਫੇਮਸ ਹੀ ਹੋਵੋਗੇ, ਚਾਈਨਾ ਨੂੰ ਕੌਣ ਨਹੀਂ ਜਾਣਦਾ ਅਤੇ ਚਾਈਨਾ ਦੇ ਵੂਹਾਨ ਨੂੰ ਕੌਣ ਨਹੀਂ ਜਾਣਦਾ। ਤਾਂ ਇਹ ਸਾਰਾ ਉਹਨਾਂ ਕੰਟਰੀਜ਼ ਤੋਂ ਬਣਦਾ, ਚਾਈਨਾ, ਜਾਪਾਨ। ਕਦੇ ਸੋਚਿਆ ਵੀ ਇਹ ਇੰਡੀਆ 'ਚ ਕਿਉਂ ਨਹੀਂ ਬਣ ਰਿਹਾ? ਉਸ ਦੇ ਪਿੱਛੇ ਇੱਕ ਵਜ੍ਹਾ ਹੈ ਕਿ ਟੈਕਨੋਲੋਜੀ ਹੈ, ਸੈਮੀ ਕੰਡਕਟਰ ਟੈਕਨੋਲੋਜੀ। ਜਦੋਂ ਮੈਂ ਚੈਪਟਰ ਪੜ੍ਹਾਊਂਗਾ ਨਾ ਉੱਥੇ ਆਪਾਂ ਗੱਲ ਕਰਾਂਗੇ ਸੈਮੀ ਕੰਡਕਟਰ ਦੀ, ਕਿੰਨੇ ਤਰ੍ਹਾਂ ਦੇ ਹੁੰਦੇ ਨੇ, P ਟਾਈਪ, N ਟਾਈਪ ਐਂਡ ਸੋ ਔਨ। ਮਤਲਬ ਜੋ ਤੁਹਾਡੇ ਹੱਥ 'ਚ ਫੋਨ ਹੈ ਨਾ, ਇੱਕ ਡੱਬਾ ਜਿਹਾ ਹੱਥ 'ਚ ਫੜ ਰੱਖਿਆ ਤੁਸੀਂ, ਇਹਦਾ ਕੰਮ ਕੀ ਹੈ, ਚੱਲਦਾ ਕਿਵੇਂ ਹੈ, ਇੱਕੋ ਜਗ੍ਹਾ ਤੋਂ ਔਨ ਹੋ ਜਾਂਦਾ, ਉੱਥੇ ਹੀ ਔਫ ਕਿਵੇਂ ਹੋ ਜਾਂਦਾ ਇਹ। ਆਖਿਰਕਾਰ ਇਸ ਤੁਹਾਡੇ ਫ਼ੋਨ 'ਚ ਐਸਾ ਕਿਹੜਾ ਜਾਦੂ ਹੈ ਕਿ ਤੁਸੀਂ ਇਹ ਫ਼ੋਨ ਦੇ ਥਰੂ ਕਿੰਨਾ ਕੁਛ ਕਰ ਲੈਂਦੇ ਹੋ, ਹੈ ਨਾ। ਇਹ ਸਾਰਾ ਕੁਝ ਇਸੇ ਚੈਪਟਰ ਦੇ ਵਿੱਚ ਅਸੀਂ ਪੜ੍ਹਨ ਵਾਲੇ ਹਾਂ। ਬਹੁਤ ਹੀ ਇੰਟਰਸਟਿੰਗ ਅਤੇ ਇੰਪੋਰਟੈਂਟ ਅਤੇ ਐਡਵਾਂਸ ਚੈਪਟਰ ਹੈ। ਜਿਹੜਾ ਤੁਹਾਡਾ TV ਦਾ ਰਿਮੋਟ ਹੈ, ਰਿਮੋਟ ਅੱਗੇ ਦੇਖੋ ਇੱਕ ਨਾ ਵਾਈਟ ਜਿਹੇ ਕਲਰ ਦਾ ਬਲਬ ਲੱਗਿਆ ਹੋਇਆ ਹੈ, ਉਹ ਬਲਬ ਕੀ ਹੈ? ਜਾਂ ਤੁਸੀਂ ਦੇਖਿਆ ਹੋਣਾ ਕਿ ਗੁਰੂ ਮਹਾਰਾਜ, ਦੇਵੀ ਦੇਵਤੇ ਨੇ ਜਿੰਨੀਆਂ ਵੀ ਆਪਣੇ ਧਾਰਮਿਕ ਫੋਟੋਜ਼ ਹੁੰਦੀਆਂ ਨੇ ਉਹਨਾਂ 'ਤੇ ਨਾ ਛੋਟੇ ਛੋਟੇ ਬਲਬ ਲਾ ਦਿੰਦੇ ਨੇ। ਉਹੀ ਬਲਬ ਰੈੱਡ ਲਾਈਟ ਇਮਿਟ ਕਰਦਾ, ਉਹੀ ਗਰੀਨ ਲਾਈਟ ਹੋਈ, ਉਹਨੂੰ ਅਸੀਂ LED ਬੋਲਦੇ ਹਾਂ, ਲਾਈਟ ਇਮਿਟਿੰਗ ਡਾਇਓਡ। ਆਖਿਰਕਾਰ ਇਹ ਡਾਇਓਡ ਕੀ ਹੁੰਦੇ ਨੇ, ਕਿਵੇਂ ਕੰਮ ਕਰਦੇ ਨੇ? ਜਿਹੜੀ ਇਲੈਕਟ੍ਰੋਨਿਕਸ ਹੈ, ਅੱਜ ਘਰ ਆਪਣੇ ਮਦਰਸ ਨੂੰ ਪੁੱਛ ਕੇ ਦੇਖਿਓ, ਆਪਣੇ ਫਾਦਰਸ ਨੂੰ ਪੁੱਛ ਕੇ ਦੇਖਿਓ ਕਿ ਮੰਮਾ ਜਾਂ ਪਾਪਾ ਜੋ ਵੀ ਤੁਹਾਨੂੰ ਅਵੇਲੇਬਲ ਹੋਣ, ਉਹਨਾਂ ਨੂੰ ਇੱਕ ਗੱਲ ਪੁੱਛਿਓ ਕਿ ਜਦੋਂ ਤੁਸੀਂ ਪਹਿਲੀ ਵਾਰ TV ਲਿਆ ਸੀ ਕਿੰਨੇ ਰੁਪਈਆਂ ਦਾ ਲਿਆ ਸੀ? ਉਦੋਂ ਇਲੈਕਟ੍ਰੋਨਿਕਸ ਬੜੀ ਮਹਿੰਗੀ ਸੀ।
ਹੁਣ ਡੇ ਬਾਏ ਡੇ ਇਲੈਕਟ੍ਰੋਨਿਕਸ ਸਸਤੀ ਹੋ ਰਹੀ ਹੈ, ਤਾਂ ਉਹਦੇ ਪਿੱਛੇ ਵੀ ਇਸ ਚੈਪਟਰ ਦੀ ਬਹੁਤ ਵੱਡਾ ਰੋਲ ਪਲੇ ਹੈ। ਤਾਂ ਵਿਦਿਆਰਥੀਓ, ਕੁੱਲ ਮਿਲਾ ਕੇ ਬਸ ਇਹੀ 9 ਯੂਨਿਟ ਨੇ ਜਿਹੜੇ ਆਪਾਂ ਨੇ ਪੜ੍ਹਨੇ ਨੇ। ਬਸ ਮੈਂ 2 ਗੱਲਾਂ ਤੁਹਾਨੂੰ ਸਾਫ਼ ਅਤੇ ਸਪਸ਼ਟ ਕਰਦਾ। ਪਹਿਲੀ ਗੱਲ ਤਾਂ ਜਿਹੜਾ ਟੌਪਿਕ ਪੜ੍ਹਨਾ ਹੈ ਉਹਨੂੰ ਇੰਨਾ ਡਿਟੇਲਡ ਪੜ੍ਹਨਾ ਹੈ ਕਿ ਉਹਦੇ ਉੱਪਰ ਸਾਨੂੰ ਕੋਈ 1 ਮਾਰਕਸ ਪੁੱਛੇ, ਸਾਨੂੰ ਕੋਈ 2 ਮਾਰਕਸ ਪੁੱਛੇ, ਸਾਨੂੰ ਕੋਈ ਪਾ ਦੇ ਨਿਊਮੈਰੀਕਲ, ਸਾਨੂੰ ਪਾ ਦੇ ਲੌਂਗ ਟਾਈਪ, ਸਾਡਾ ਰਹਿਣਾ ਨਹੀਂ ਚਾਹੀਦਾ। ਦੂਜੀ ਗੱਲ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਪੇਸ਼ੈਂਸ। ਦੇਖੋ ਜਿਵੇਂ ਦਾ ਮਾਹੌਲ ਚੱਲ ਰਿਹਾ ਹੈ, ਸਭ ਨੂੰ ਮੈਂ ਇੱਕ ਸੁਜੈਸ਼ਨ ਦਿੰਦਾ। ਸਭ ਤੋਂ ਪਹਿਲੀ ਗੱਲ ਤਾਂ ਸਾਰੇ ਵਿਦਿਆਰਥੀ ਆਪਣੇ ਘਰ ਹੀ ਰਹੋ। ਤੁਹਾਡਾ ਘਰ ਰਹਿਣਾ ਬਹੁਤ ਜ਼ਰੂਰੀ ਹੈ। ਆਪਣੇ ਪੇਰੈਂਟਸ ਨੂੰ ਵੀ ਸਾਰਿਆਂ ਨੂੰ ਘਰ ਹੀ ਰੱਖੋ, ਕਿਉਂਕਿ ਜਿੰਨਾ ਅਸੀਂ ਵੱਧ ਘਰ ਰਹਾਂਗੇ ਓਨਾ ਛੇਤੀ ਇਹ ਕਰੋਨਾ ਦੀ ਚੇਨ ਨੇ ਖਤਮ ਹੋਣਾ, ਅਤੇ ਜਿੰਨੀ ਜਲਦੀ ਕਰੋਨਾ ਚੇਨ ਖਤਮ ਹੋਊਗੀ ਆਪਣੀ ਲਾਈਫ ਨੇ ਨੋਰਮਲ ਹੋਣਾ। ਅਤੇ ਜਦੋਂ ਲਾਈਫ ਨੇ ਨੋਰਮਲ ਹੋਣਾ ਕਲਾਸਾਂ ਫੇਰ ਹੀ ਸ਼ੁਰੂ ਹੋਣੀਆਂ ਨੇ। ਤਾਂ ਜਿਸ ਦਿਨ ਕਲਾਸਾਂ ਸ਼ੁਰੂ ਹੋਣਗੀਆਂ ਸਭ ਕੁਝ ਰਿਪੀਟ ਕੀਤਾ ਜਾਊਗਾ, ਨੋ ਡਾਊਟ। ਬਟ ਮੇਰੀ ਇੱਕ ਚੀਜ਼ ਦੀ ਇਹ ਕੋਸ਼ਿਸ਼ ਹੈ ਕਿ ਕਲਾਸਿਸ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੀ ਫਿਜ਼ਿਕਸ ਦੇ ਪ੍ਰਤੀ ਸਮਝ ਇੰਨੀ ਕੁ ਡਿਵੈਲਪ ਕਰਦਾ ਕਿ ਜੇ ਤੁਸੀਂ ਘਰ ਵੀ ਕਿਤਾਬ ਖੋਲ੍ਹੋ ਨਾ ਤਾਂ ਤੁਹਾਨੂੰ ਹਰ ਇੱਕ ਚੀਜ਼ ਦੇ ਪਿੱਛੇ ਮਤਲਬ ਪਤਾ ਹੋਵੇ। ਇੱਕ ਚੀਜ਼ ਜਿਹੜੀ ਇਸ ਤੋਂ ਵੀ ਇੰਪੋਰਟੈਂਟ ਹੈ, ਇਹਨਾਂ ਦਿਨਾਂ ਦੇ ਵਿੱਚ ਕੀ ਹੈ ਕਿ ਔਨਲਾਈਨ ਕਲਾਸਿਸ ਬਹੁਤ ਥਾਂ 'ਤੇ ਲੱਗ ਰਹੀਆਂ ਨੇ। ਦੇਖੋ ਤੁਹਾਨੂੰ ਕੁਛ ਨਹੀਂ ਆਉਂਦਾ, ਇਹ ਸਮਝਾਉਣਾ ਮੇਰੇ ਲਈ ਬੜਾ ਸੌਖਾ ਹੈ, ਪਰ ਜੇ ਤੁਸੀਂ ਕਿਸੇ ਵੀ ਸੋਰਸ ਤੋਂ, ਕਿਸੇ ਲਿੰਕ ਤੋਂ ਇੱਕ ਵਾਰ ਗਲਤ ਸਿੱਖ ਗਏ ਨਾ ਤਾਂ ਯਕੀਨ ਮੰਨਿਓ ਉਸ ਗਲਤ ਨੂੰ ਸਹੀ ਕਰਨਾ ਇੱਕ ਬਹੁਤ ਵੱਡਾ ਚੈਲੰਜ ਹੈ। ਤਾਂ ਜਿਹੜੇ ਸੋਰਸ ਨੂੰ ਵੀ ਤੁਸੀਂ ਯੂਜ਼ ਕਰਦੇ ਹੋ, ਕਿਉਂਕਿ ਇਹਨਾਂ ਦਿਨਾਂ 'ਚ ਨਾ ਕਈ ਵਾਰ ਬੱਚੇ ਕੀ ਕਰਦੇ ਨੇ, ਯੂਟਿਊਬ ਖੋਲ੍ਹੀ ਜੀ, ਅਨਨੋਨ ਜੇ ਸੋਰਸ ਚੱਕੇ ਵੀ ਫਿਜ਼ਿਕਸ ਦੀ ਪੜ੍ਹਨੀ ਹੈ ਕਿਤੋਂ ਵੀ ਪੜ੍ਹ ਲਓ। ਬਟ ਐਵੇਂ ਨਹੀਂ ਹੁੰਦਾ ਵਿਦਿਆਰਥੀਓ। ਸੋ ਜਦੋਂ ਤੱਕ ਤੁਹਾਨੂੰ ਵੈਰੀਫਾਈ ਨਹੀਂ ਨਾ ਹੈ ਤਾਂ ਮੇਰੀ ਇੱਕ ਸੁਜੈਸ਼ਨ ਹੈ ਉਹਨਾਂ ਸੋਰਸਿਸ ਨੂੰ ਥੋੜ੍ਹਾ ਅਵਾਇਡ ਕਰਿਓ। ਤਾਂ ਹੁਣ ਡੇ ਬਾਏ ਡੇ ਆਪਾਂ ਬਸ ਇਸੇ ਚੈਨਲ ਦੇ ਨਾਲ ਤੁਸੀਂ ਜੁੜੇ ਰਹਿਣਾ। ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ। ਇਹ ਟੋਟਲੀ ਫ੍ਰੀ ਆਫ ਕਾਸਟ ਕਲਾਸਿਸ ਨੇ, ਇਹਨਾਂ ਦਾ ਕੋਈ ਚਾਰਜ ਨਹੀਂ ਹੈ। ਸਰਬੱਤ ਦੇ ਭਲੇ 'ਚ ਹੀ ਸਭ ਦਾ ਭਲਾ ਹੁੰਦਾ। ਸੋ ਤੁਸੀਂ ਇਸ ਚੈਨਲ ਨੂੰ ਜਿੰਨਾ ਮਰਜ਼ੀ ਸ਼ੇਅਰ ਕਰ ਸਕਦੇ ਹੋ, ਤੁਹਾਡੇ 'ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਆਪਣੇ ਕਿਸੇ ਸਾਥੀ ਨੂੰ ਗਰੁੱਪ ਦੇ ਵਿੱਚ ਜੁਆਇਨ ਕਰਾਉਣਾ, ਨੰਬਰ ਭੇਜ ਦਿਓ, ਮੈਂ ਜੁਆਇਨ ਕਰਵਾ ਦੂੰਗਾ। ਔਰ ਇਹ ਟੋਟਲੀ ਫ੍ਰੀ ਆਫ ਕਾਸਟ ਹੈ। ਬੱਚਾ ਕਿਤੇ ਵੀ ਪੜ੍ਹਦਾ ਹੈ, ਆਲ ਓਵਰ ਪੰਜਾਬ ਕਿ ਆਲ ਓਵਰ ਇੰਡੀਆ, ਕੋਈ ਇਸ਼ੂ ਨਹੀਂ ਹੈ। ਤੁਸੀਂ ਉਸਨੂੰ ਇਸ ਦੀ ਹੈਲਪ ਕਰ ਸਕਦੇ ਹੋ। ਥੈਂਕਸ ਆਲ। ਸੋ